ਸਾਡੇ ਨਾਲ ਬਲਦੇਵ ਸਿੰਘ सिरसा जी जो कि जानी मानी शख्सियत ने, किसान आगू ने। सिरसा साहब टाइम जाया ना करदा, मैं तुहाडा स्वागत करदा ब्रेन ऑन टीवी ते। तुहाडा स्वागत है जी। धन्यवाद जी। सर सब तो पहले तो मैनूं ये दसो कि जिवें दिल्ली दे विच इस टाइम मोर्चा लग्या होया, लखां दी तादाद दे विच लोग उत्थे जुड़े हुए ने, ਜਿਹੜੀਆਂ कई सारिया अफवाहां उड़ रही ने भी उत्थे मोर्चा खत्म हो चुका 26 तरीक तो बाद, जां डैमेज हो गया, जां कोई भविख नहीं रह गया। कई तरीके दे ना आगूआं दे विच भी आपा विरोधी जिहड़े बयान सामने आ रहे हैं मीडिया दे विच, तुसीं की कहना चाहोगे कि रियलिटी की असल दे विच की उत्थे हालात की ने इस टाइम उत्थे ਜਿਹੜੇ इस टाइम ते मौके दे हालात ने जी? ਉਹ इस टाइम ते मोर्चा ਜਿਹੜਾ जिस तरह 26 तरीक तो ਪਹਿਲਾਂ ਸੀ 25 तरीक ਨੂੰ ਜਿਵੇਂ ਚੜਿਆ ਸੀ, ठीक है जी। 26 तरीक ਨੂੰ ਇਹ ਗੱਲ ਠੀਕ ਹੈ ਕਿ ਜਿਹੜਾ ਇਹ ਕੁਝ ਮਤਲਬ ਕਿ ਜਿਹੜੀ ਉਹ ਘਟਨਾਕ੍ਰਮ ਜੋ ਵਾਪਰਿਆ ਜੀ, ਉਹਦੇ ਨਾਲ ਇੱਕ ਵਾਰ ਜਿਹੜਾ ਸੀ ਉਹ ਡਾਊਨ ਹੋਇਆ ਜੀ, ਗਿਰਾਵਟ ਆ ਗਿਆ ਜੀ। ਲੇਕਿਨ 28 ਤਰੀਕ ਤੋਂ ਬਾਅਦ ਜੀ ਜਿਹੜਾ ਸੀ ਉਹ ਫਿਰ ਉਸੇ ਤਰ੍ਹਾਂ ਹੀ ਜਿਹੜਾ ਸੀ ਉਹ ਸਟੈਂਡ ਕਰ ਗਿਆ, ਕਿਉਂਕਿ ਸਰਕਾਰ ਜਿਹੜੀ ਸੀ ਕੇਂਦਰ ਸਰਕਾਰ ਦੀ ਬੀਜੇਪੀ ਆਰਐਸਐਸ ਦੀ ਇੱਕ ਸੋਚ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇਹਨੂੰ ਇਸ ਤਰ੍ਹਾਂ ਦਾ ਮਤਲਬ ਕਿ ਕੋਈ ਬਿਨਾਂ ਇਹਨਾਂ ਨੂੰ ਕੁਝ ਦਿੱਤਿਆਂ, ਬਿਨਾਂ ਖਾਲੀ ਝੋਲੀ ਨਹੀਂ, ਇਹਦੇ ਵਿੱਚ ਇਹ ਸੀ ਕਿ ਉਹ ਕਹਿੰਦੇ ਸੀ ਕਿ ਇਹਨੂੰ ਖਾਲਿਸਤਾਨੀ ਚਲਾ ਰਹੇ ਨੇ, ਇਹਨੂੰ ਪੰਜਾਬ ਦੇ ਲੋਕ ਚਲਾ ਰਹੇ ਨੇ, ਇਹਨੂੰ ਪਾਕਿਸਤਾਨ ਚਲਾ ਰਿਹਾ, ਇਹਨੂੰ ਚਾਈਨਾ ਚਲਾ ਰਿਹਾ। ਉਹ ਦੱਸਣਾ ਚਾਹੁੰਦੇ ਸੀ ਲੋਕਾਂ ਨੂੰ, ਆਮ ਪਹਿਲਾਂ ਹੀ ਭਰਮ ਜਿਹੜਾ ਸੀ ਉਹ ਬਿਲਕੁਲ ਪਹਿਲੇ ਦਿਨ ਤੋਂ ਚੱਲਦਾ, ਪਹਿਲੇ ਦਿਨ ਤੋਂ ਹੀ ਅਖੀਰ ਤੱਕ ਉਹਨਾਂ ਨੇ ਸਾਨੂੰ ਕਿਸਾਨ ਹੀ ਨਹੀਂ ਮੰਨਿਆ ਜੀ। ਫਿਰ ਸਾਨੂੰ ਕਦੇ ਤਰ੍ਹਾਂ ਦੇ ਸਾਡੇ ਤੇ ਇਲਜ਼ਾਮ ਲਾਏ, ਲੇਕਿਨ ਉਹ 26 ਤਰੀਕ ਨੂੰ ਜਿਹੜਾ ਉਹਨਾਂ ਨੇ ਉੱਥੇ ਘਟਨਾਕ੍ਰਮ ਸਰਕਾਰ ਨੇ ਸਾਰਾ ਕੁਝ ਪ੍ਰੀ ਪਲਾਨ ਆਪ ਕੀਤਾ ਤੇ ਕਰਵਾਇਆ ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਸੀ ਹਿੰਦੂ ਸਿੱਖਾਂ ਦਾ ਆਪਸ ਵਿੱਚ ਜਿਹੜਾ ਸੀ ਉਹ ਝਗੜੇ ਕਰਾਉਣ ਵਾਸਤੇ ਇਹਨਾਂ ਨੇ ਜਿਹੜੇ ਸੀ ਨਿਸ਼ਾਨ ਸਾਹਿਬ ਨੇ, ਜਿਹੜੇ ਸਾਡਾ ਕੇਸਰੀ ਨਿਸ਼ਾਨ ਹੈ, ਉਹਦੇ ਵੀ ਇਹਨਾਂ ਨੇ ਅੱਗਾਂ ਲਵਾਈਆਂ ਜੀ। ਜਿਸ ਤਰ੍ਹਾਂ ਕਿ ਹਰਿਆਣੇ ਦੇ ਵਿੱਚ ਕਈ ਥਾਈਂ ਲੱਗੀਆਂ। ਉਸ ਤੋਂ ਬਾਅਦ ਬੀਜੇਪੀ ਦੇ ਆਪ ਦੇ ਲੋਕ ਸੀ ਸਾਰੇ, ਬਿਲਕੁਲ ਜਿਹੜੇ ਉਧਰੋਂ ਦਿੱਲੀ ਤੋਂ ਜਿਹੜੇ 26 ਜਨਵਰੀ ਵਾਸਤੇ ਗਏ ਸੀ ਲੋਕ, ਉਹ ਵਾਪਸ ਆ ਰਹੇ ਸੀ, ਉਹਨਾਂ ਨੂੰ ਵੀ ਅੰਬਾਲੇ ਦੇ ਕੋਲ ਰੋਕ ਕੇ ਉਹਨਾਂ ਦੇ ਜਿਹੜੇ ਝੰਡੇ, ਜਿਹੜੇ ਕੇਸਰੀ ਝੰਡੇ ਜਿਹੜੇ ਲੱਗੇ ਸੀ, ਜਿਹੜੇ ਕਿਸੇ ਨਿਸ਼ਾਨ ਸਾਹਿਬ ਦੇ ਤੌਰ ਦੇ ਉੱਤੇ ਜਿਹੜਾ ਹਰ ਥਾਂ ਤੇ ਗੁਰੂ ਘਰਾਂ 'ਚ ਵੀ ਲੱਗੇ ਨੇ, ਔਰ ਜਿੱਥੇ ਵੀ ਕਿਤੇ ਕੋਈ ਅਸੀਂ ਨਗਰ ਕੀਰਤਨ ਜਾਂ ਕਰੀਏ ਉਹ ਕੁਦਰਤੀ ਹੈ ਕਿ ਅਸੀਂ ਉਹਦੇ ਨਾਲ ਜੁੜਿਆ ਗੁਰੂ ਕਾਲ ਤੋਂ। ਮੈਂ ਤੁਹਾਨੂੰ ਮਾੜਾ ਪਿੱਛੇ ਰੋਕਦਾ, ਮਾਫੀ ਚਾਹੁੰਦਾ। ਜਿਵੇਂ 26 ਤਰੀਕ ਨੂੰ ਜੋਗਿੰਦਰ ਯਾਦਵ ਜੀ ਦਾ ਵੀ ਬਿਆਨ ਆਇਆ ਔਰ ਰਾਜੇਵਾਲ ਦਾ ਵੀ ਬਿਆਨ ਆਇਆ ਕਿ ਅਸੀਂ ਸ਼ਰਮਸਾਰ ਹੋਏ ਹਾਂ। ਸ਼ਰਮਸਾਰ ਜਿਹੜਾ ਉਹ ਪੱਖ ਨੇ ਤੁਹਾਡੇ ਸਾਥੀ ਨੇ ਕਿਸਾਨ ਮੋਰਚੇ ਦੇ ਵਿੱਚ, ਉਹ ਸ਼ਰਮਸਾਰ ਘਟਨਾ ਨੂੰ ਲੈ ਕੇ ਹੋਏ ਨੇ ਜਾਂ ਕੇਸਰੀ ਨਿਸ਼ਾਨ ਸਾਹਿਬ ਕਰਕੇ ਉਹਨਾਂ ਨੂੰ ਸ਼ਰਮ ਆ ਰਹੀ ਵੀ ਨਿਸ਼ਾਨ ਸਾਹਿਬ ਉੱਥੇ ਲੱਗ ਗਿਆ? ਜਿਵੇਂ ਤੁਸੀਂ ਕਹਿ ਰਹੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਲੱਗਾ ਆ, ਤਾਂ ਜੇ ਉੱਥੇ ਲੱਗ ਗਿਆ ਤਾਂ ਫਿਰ ਕੀ ਇਤਰਾਜ਼ ਸੀ ਕਿਸੇ ਨੂੰ? ਜੀ ਮੈਂ ਇਹਦੇ ਬਾਰੇ ਗੱਲ ਕਹਾਂਗਾ ਕਿ ਉਹਨਾਂ ਨੇ ਕਿਸ ਲਹਿਜੇ 'ਚ ਕਿਹਾ ਜੀ, ਕਿਉਂ ਕਿਹਾ, ਕੀ ਕਹਿਣਾ ਚਾਹੀਦਾ ਸੀ, ਇਹ ਸਵਾਲ ਤਾਂ ਉਹਨਾਂ ਦੇ ਬਣਦੇ ਆ ਜੀ। ਮੇਰੀ ਜੋ ਸੋਚ ਹੈ, ਮੇਰੀ ਸੋਚ ਦੇ ਮੁਤਾਬਕ ਮੈਂ ਹੁਣ ਤੱਕ ਬੋਲ ਚੁੱਕਾ ਹਾਂ ਕਿ ਜਿਸ ਕੇਸਰੀ ਨਿਸ਼ਾਨ ਸਾਹਿਬ ਦੇ ਉੱਤੇ ਕਿੰਤੂ ਪ੍ਰਤੂ ਹੋ ਰਿਹਾ, ਰੌਲਾ ਪੈ ਰਿਹਾ ਜੀ, ਉੱਥੇ ਇਹਨਾਂ ਨੇ ਤਿਰੰਗੇ ਦਾ ਜਿਹੜਾ ਅਪਮਾਨ ਕੀਤਾ। ਤਿਰੰਗੇ ਦਾ ਪਹਿਲੀ ਗੱਲ ਤੇ ਅਪਮਾਨ ਨਹੀਂ ਹੋਇਆ। ਦੂਸਰੀ ਗੱਲ ਆ ਵੀ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ ਜੀ, ਉਹਦੇ ਉੱਤੇ ਕੋਈ ਨਿਸ਼ਾਨ, ਕੋਈ ਪਾਰਟੀ ਦਾ ਨਿਸ਼ਾਨ ਨਹੀਂ, ਜਿਸ ਤਰ੍ਹਾਂ ਖਾਲਿਸਤਾਨ ਦਾ ਨਾਂ ਨਹੀਂ ਲਿਖਿਆ ਉੱਤੇ। ਹਾਂਜੀ, ਉੱਥੇ ਸਿਰਫ ਉਹ ਕੇਸਰੀ ਨਿਸ਼ਾਨ ਸਾਹਿਬ ਹੈ ਤੇ ਖੰਡੇ ਦੀ ਉੱਤੇ ਫੋਟੋ ਜੀ। ਅੱਛਾ, ਉਹਦੇ 'ਚ ਇਹ ਉਹੀ ਕੇਸਰੀ ਨਿਸ਼ਾਨ ਸਾਹਿਬ ਹੈ ਜਦੋਂ ਫਤਿਹ ਦਿਵਸ ਮਨਾਇਆ ਜਾਂਦਾ ਲਾਲ ਕਿਲੇ ਦੇ ਉੱਤੇ, ਜਦੋਂ ਜਥੇਦਾਰ ਬਘੇਲ ਸਿੰਘ ਸਾਨੂੰ 12 ਮਿਸਰਾਂ ਸੀ, ਉਹਨਾਂ ਨੇ ਜਦੋਂ ਦਿੱਲੀ ਫਤਿਹ ਕੀਤੀ ਆ ਤੇ ਉਸ ਟਾਈਮ ਤੇ ਵੀ ਉੱਥੇ ਕੇਸਰੀ ਨਿਸ਼ਾਨ ਸਾਹਿਬ ਚੱਲਾ। ਔਰ ਤੁਸੀਂ ਵੇਖੋ ਕਿ ਜਦੋਂ ਵੀ ਇੱਥੇ ਲਾਲ ਕਿਲੇ 'ਚ ਫਤਿਹ ਦਿਵਸ ਮਨਾਇਆ ਜਾਂਦਾ ਔਰ ਉਹ ਕੇਸਰੀ ਨਿਸ਼ਾਨ ਸਾਹਿਬ ਉੱਥੇ ਝੁਲਦਾ ਜੀ। ਜਦੋਂ 26 ਜਨਵਰੀ ਜਾਂ 15 ਅਗਸਤ ਨੂੰ ਝਾਕੀਆਂ ਨਿਕਲਦੀਆਂ ਜੀ, ਪਰੇਡ ਹੁੰਦੀ ਆ, ਬਿਲਕੁਲ ਉਸ ਪਰੇਡ ਦੇ ਵਿੱਚ ਜਦੋਂ ਪੰਜਾਬ ਦੀ ਝਾਕੀ ਆਉਂਦੀ ਆ ਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸੰਸਕਾਰ ਨੇ, ਜਿਹੜੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਝਾਕੀਆਂ ਜਿਹੜੀਆਂ ਨੇ, ਉਹਨਾਂ ਝਾਕੀਆਂ ਦੇ ਵਿੱਚ ਇੱਕ ਗੱਡੀ ਐਸੀ ਹੁੰਦੀ ਆ ਜਿਹਦੇ 4 ਸਾਈਡਾਂ ਦੇ ਉੱਤੇ ਜਿਹੜਾ ਉਹ ਕੇਸਰੀ ਨਿਸ਼ਾਨ ਝੁਲਦਾ। ਫਿਰ ਜਦੋਂ ਵੀ ਜਿਹੜੀ ਆਰਮੀ ਸਾਡੀ ਆ ਉਹ ਬਾਰਡਰ ਦੇ ਉੱਤੇ ਲੜਨ ਜਾ ਰਹੀ ਆ ਤੇ ਉੱਥੇ ਉਹ ਵੀ ਗੱਡੀਆਂ ਦੇ ਉੱਤੇ ਜਿਹੜੇ ਨੇ ਆਮ ਤੌਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਲੱਗੇ ਹੁੰਦੇ ਨੇ ਆਰਮੀ ਦੀ ਗੱਡੀਆਂ ਦੇ ਉੱਤੇ। ਇਹ ਕੇਸਰੀ ਨਿਸ਼ਾਨ ਸਾਹਿਬ ਨਾਲ ਤੇ ਇੱਕ ਇਹਨਾਂ ਨੇ ਲੋਕਾਂ ਨੂੰ ਇੱਕ ਭਾਵੁਕ ਕਰਨ ਵਾਸਤੇ, ਸਿੱਖਾਂ ਦੇ ਖਿਲਾਫ ਭੜਕਾਉਣ ਵਾਸਤੇ, ਇੱਕ ਜਿਹੜੇ ਸੀ ਦੰਗੇ ਫੈਲਾਉਣ ਵਾਸਤੇ, ਸਿੱਖਾਂ ਤੇ ਜਿਸ ਤਰ੍ਹਾਂ 84 ਸੀ ਉਹ ਦੁਬਾਰਾ ਲਿਆਉਣ ਵਾਸਤੇ ਇਹਨਾਂ ਨੇ ਇੱਕ ਪ੍ਰਚਾਰ ਕੀਤਾ। ਉਸ ਪ੍ਰਚਾਰ ਦੇ ਕਾਰਨ ਹੀ ਜਿਹੜਾ ਸੀ ਇਹ ਹਰਿਆਣੇ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਤੇ ਅੰਬਾਲੇ ਇਹਨਾਂ ਨੇ ਉਹ ਕੇਸਰੀ ਨਿਸ਼ਾਨ ਸਾਹਿਬ ਛੱਡਣ ਦੀ ਕੋਸ਼ਿਸ਼ ਕੀਤੀ ਵੀ ਇਹਦੇ ਨਾਲ ਦੰਗੇ ਜਿਹੜੇ ਨੇ ਉਹ ਜਾਤੀ ਦੰਗੇ ਜਿਹੜੇ ਫੈਲਾਉਣ। ਸੋ ਇਹ ਕੋਈ ਗੱਲ ਨਹੀਂ ਹੈਗੀ ਕਿ ਉੱਥੇ ਇਹ ਸੀ ਗੱਲ, ਇਹ ਪਹਿਲਾਂ ਤੋਂ ਲੈ ਕੇ ਪ੍ਰੀ ਪਲਾਨ ਸੀ ਤੇ ਉਹ ਦੱਸਣ ਦੇ ਵਿੱਚ ਜਿਹੜੇ ਸੀ ਉਹ ਕਾਮਯਾਬ ਹੋ ਰਹੇ ਸੀ। ਲੇਕਿਨ
ਉਸ ਟਾਈਮ ਦੇ ਉੱਤੇ ਇੱਕ ਅਕਾਲ ਪੁਰਖ ਨੇ, ਮੈਂ ਕਹਾਂਗਾ ਕਿ ਇਹ ਬੰਦੇ ਦੀ ਕੋਈ ਸੋਚ ਨਹੀਂ, ਇੱਕ ਅਗਮੀ ਸ਼ਕਤੀ ਜੀ ਜਿਹੜੀ ਜਿਹਨੇ ਸ੍ਰਿਸ਼ਟੀ ਸਾਜੀ ਆ, ਉਹ ਵੀ ਸ਼ਕਤੀ ਹੈ ਆ, ਬਿਲਕੁਲ। ਸਭ ਕੁਝ ਬੰਦਾ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ ਜੀ। ਉਹ ਨੇ ਐਸਾ ਕਰਿਸ਼ਮਾ ਦਿਖਾਇਆ ਜੀ। ਕਿ ਜਿਹੜੇ ਜਾਤੀ ਦੰਗੇ ਫਲਾਉਣਾ ਚਾਹੁੰਦੇ ਸੀ, ਉਹ ਇਹਨਾਂ ਦੇ ਮੂੰਹ ਤੇ ਇੱਕ ਥੱਪੜ ਵੱਜਿਆ। ਜੀ। ਉਹ ਜਾਤੀ ਦੰਗੇ ਜਿਹੜੇ ਅੱਗੇ ਉਹ ਰੂਪ ਨਹੀਂ ਧਾਰ ਸਕੇ, ਜਿਹੜਾ ਇਹਨਾਂ ਦੀ ਸੋਚ ਸੀ। ਸੋ ਉਹ ਇੱਕਦਮ ਜਿਹੜਾ ਸੀ ਸਾਡਾ ਜਿਹੜਾ ਮੋਰਚਾ ਡਾਊਨ ਜਾ ਰਿਹਾ ਸੀ, ਉਹ ਇੱਕਦਮ ਜਦੋਂ ਹਰਿਆਣੇ ਦੇ, ਇਹ ਗੱਲ ਜੋ ਸੱਚ ਹੈ ਉਹ ਕਹਿਣੀ ਚਾਹੀਦੀ ਆ, ਜੀ। ਹਰਿਆਣੇ ਦੇ ਲੋਕਾਂ ਨੇ ਅਤੇ ਯੂਪੀ ਦੇ ਲੋਕਾਂ ਨੇ ਜਿਹੜਾ ਸੀ ਇੱਕਦਮ ਉਧਰ ਨੂੰ ਮੋਰਚਿਆਂ ਵੱਲ ਨੂੰ ਮਹੀਰਾਂ ਘੱਤ ਦਿੱਤੀਆਂ, ਜਿਸ ਕਰਕੇ ਇਸ ਟਾਈਮ ਤੇ ਜਿਹੜਾ ਮੋਰਚਾ ਉਹ ਹੁਣ ਸਿਖਰਾਂ ਤੇ ਵਾਪਸ ਆਪਣੇ ਜਾਹੋ ਜਲਾਲ ਚ ਆ ਗਿਆ। ਬਿਲਕੁਲ ਜਾਹੋ। ਦੇਖੋ ਗੱਲ ਇਹ ਹੈ ਕਿ ਮੈਂ ਸਰ ਮੈਂ ਮਾਫੀ ਚਾਹੁੰਦਾ, ਰੋਕਦਾ ਮਾੜਾ ਜਿਹਾ ਵੀ ਜਿਵੇਂ ਜਿਹੋ ਜਿਹੇ ਹਾਲਾਤ ਸੀ 25 ਜਾਂ 26 ਜਾਂ ਉਦੋਂ ਪਹਿਲਾਂ ਦੇ ਹਾਲਾਤ ਸੀ ਜਿਹੜੇ, ਮਤਲਬ ਕਈ ਸਿਆਣੇ ਲੋਕ ਕਹਿੰਦੇ ਸੀ ਕਿ ਜਿਹੜਾ ਜਿਵੇਂ ਪਰੇਡ ਦਾ ਵੀ ਨਿਕਲਿਆ ਤਾਂ ਜਾਂ ਝੰਡਾ ਲਹਿਰਾਉਣ ਦੀ ਵੀ ਗੱਲ ਆਈ ਲਾਲ ਕਿਲੇ ਤੇ, ਤਾਂ ਸਿਆਣੇ ਲੋਕ ਜਿਹੜੇ ਸੀ, ਪੜ੍ਹੇ ਲਿਖੇ ਲੋਕ ਕਹਿੰਦੇ ਸੀ ਇਸ ਤੋਂ ਸੰਕੋਚ ਵੀ ਕੀਤਾ ਜਾ ਸਕਦਾ ਸੀ, ਜੇ ਨਾ ਵੀ ਝੰਡਾ ਲੱਗਦਾ ਤਾਂ ਕੋਈ ਕੌਮ ਦੀ ਹੇਠੀ ਨਹੀਂ ਸੀ ਹੋ ਜਾਣੀ, ਸਿੱਖਾਂ ਦੀ ਹੇਠੀ ਨਹੀਂ ਸੀ ਹੋਣੀ। ਤੁਹਾਡਾ ਇਹਦੇ ਬਾਬਤ ਕੀ ਕਹਿਣਾ? ਜੀ, ਇਹ ਬੜਾ ਵੱਡਾ ਇੱਕ ਸਵਾਲ ਹੈ ਜੀ, ਤੇ ਇਹ ਆਮ ਲੋਕਾਂ ਦੇ ਅਜੇ ਜ਼ਿਹਨ ਦੇ ਵਿੱਚ ਜਾ ਨਹੀਂ ਰਿਹਾ ਜੀ। ਜੋ ਹੋਣਾ ਇਹ ਚਾਹੀਦਾ ਸੀ ਕਿ ਜੇਕਰ ਜਿਸ ਤਰ੍ਹਾਂ 26 ਜਨਵਰੀ ਤੱਕ ਜਿਵੇਂ ਸਾਡਾ ਪ੍ਰੋਗਰਾਮ ਜਿਹੜਾ ਬਣਿਆ ਸੀ ਜੀ, ਤੇ ਉਸ ਹਿਸਾਬ ਦੇ ਨਾਲ ਜੇ ਅਸੀਂ ਚਲੇ ਜਾਂਦੇ, ਲਾਲ ਕਿਲੇ ਦੇ ਅੰਦਰ ਜਿਹੜਾ ਸੀ ਜੋ ਕੁਝ ਉੱਥੇ ਵਾਪਰਿਆ, ਜੀ। ਜੇ ਇਹ ਨਾ ਵੀ ਉੱਥੇ ਝੰਡਾ ਜੇ ਚੜਦਾ ਨਾ, ਜੀ। ਤੇ ਇਹ ਸਾਡਾ ਇਹ ਨਹੀਂ ਸੀ ਹੈਗਾ ਵੀ ਸਾਡੀ ਕੋਈ ਹੇਠੀ ਸੀ, ਹੇਠੀ ਸੀ, ਕੋਈ ਹਾਰ ਸੀ। ਹਾਂਜੀ, ਮਤਲਬ ਕਿ ਇਹ ਨਹੀਂ ਗੱਲ ਸਾਡੀ, ਤਾਂ ਲੋਕਾਂ 'ਚ ਇਹ ਗੱਲ ਜਿਹੜੀ ਅਸੀਂ ਸਰਕਾਰ ਇਹ ਗੱਲ ਕਹਿ ਰਹੀ ਸੀ ਕਿ ਇਹ ਜਿਹੜਾ ਝੰਡਾ ਇਹ ਖਾਲਿਸਤਾਨ ਦਾ ਹੈ, ਉਹ ਸਾਨੂੰ ਖਾਲਿਸਤਾਨੀ ਸਿੱਧ ਕਰ ਰਹੀ ਸੀ। ਜੀ। ਅਸੀਂ ਕਹਿ ਰਹੇ ਸੀ ਕਿ ਖਾਲਿਸਤਾਨ ਨਹੀਂ, ਅਸੀਂ ਕਿਸਾਨੀ ਮੁੱਦੇ ਤੇ ਲੜ ਰਹੇ ਹਾਂ ਔਰ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਾਂ। ਜੀ। ਤੇ ਉਹ ਕਿਤੇ ਨਾ ਕਿਤੇ ਆਪਣੀ ਗੱਲ ਜਿਹੜੀ ਸੀ ਦੱਸਣ ਦੇ ਵਿੱਚ ਉਹ ਸਫਲ ਹੋ ਰਹੀ ਸੀ, ਬਹਾਨਾ ਮਿਲ ਗਿਆ, ਉਹਨੂੰ ਬਹਾਨਾ ਮਿਲ ਗਿਆ। ਜੇ ਕਿਤੇ ਅਸੀਂ ਇਹ ਬਹਾਨਾ ਉਹਨਾਂ ਨੂੰ ਨਾ ਦਿੰਦੇ ਤੇ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਸੀ ਵੀ ਅਸੀਂ ਉਹ ਜੇ ਬਹਾਨਾ ਨਾ ਦਿੰਦੇ ਤੇ ਸਾਡਾ ਕੋਈ ਨੁਕਸਾਨ ਸੀ ਜਾਂ ਸਿੱਖ ਕੌਮ ਦੀ ਕੋਈ ਹੇਠੀ ਸੀ। ਇਹ ਬਹਾਨਾ ਦੇਣ ਦੇ ਨਾਲ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਸਾਡੇ ਵਿੱਚ ਪਾੜਾ ਪਾਉਣ ਦਾ, ਪਰ ਅਕਾਲ ਪੁਰਖ ਨੇ ਕਿਰਪਾ ਕਰਕੇ ਉਹ ਸਰਕਾਰ ਦੀ ਜਿਹੜੀ ਪਲਾਨ ਸੀ, ਉਹ ਜਿਹੜਾ ਪਲਾਨ ਸੀ ਉਹ ਤੇ ਪਾਣੀ ਫੇਰਤਾ ਲੋਕਾਂ ਨੇ। ਖਾਸ ਕਰਕੇ ਮੈਂ ਹਰਿਆਣੇ ਦੇ ਵੇਖੋ ਜਿਨ੍ਹਾਂ ਲੋਕਾਂ ਨੇ ਕੀਤਾ, ਹਰਿਆਣੇ ਦੇ ਹਰਿਆਣਵੀ ਜਿਹੜੇ ਸਾਡੇ ਹਿੰਦੂ ਭਰਾ ਨੇ ਤੇ ਯੂਪੀ ਦੇ ਜਾਂ ਸਾਰੇ ਉਹਨਾਂ ਭਰਾਵਾਂ ਨੇ ਬਹੁਤ ਜਿਹੜਾ ਉਹ ਮੌਕਾ ਸੰਭਾਲਿਆ ਤੇ ਉਹਨਾਂ ਨੇ ਇੱਕਦਮ ਜਿਹੜੀਆਂ ਸੀ ਉਹ ਵਹੀਰਾਂ ਕਰ ਦਿੱਤੀਆਂ ਔਰ ਉਹ ਸਰਕਾਰ ਦੀ ਚਾਲ ਨੂੰ ਸਮਝ ਕੇ, ਸਰਕਾਰ ਦੀ ਚਾਲ ਨੂੰ ਸਮਝ ਕੇ ਤੇ ਉਹਨਾਂ ਨੇ ਜਿਹੜਾ ਸੀ ਇਹ ਜਿਹੜਾ ਪਾੜਾ ਪੈ ਰਿਹਾ ਸੀ, ਜਿਹੜੇ ਦੰਗੇ ਹੋਣ ਜਾ ਰਹੇ ਸੀ ਉਹ ਵਧਿਆ। ਔਰ ਮੈਂ ਇਹ ਵੀ ਗੱਲ ਕਹਿ ਦਿਆਂ ਕਿ ਜੇ ਇਸ ਵਾਰੀ ਇਹ ਸਰਕਾਰ, ਇਹ ਕੇਂਦਰ ਸਰਕਾਰ ਇਹ 'ਚ ਕਾਮਯਾਬ ਹੋ ਜਾਂਦੀ ਨਾ, ਤੇ ਫਿਰ ਦਿੱਲੀ ਜਿਹੜਾ 1984 ਵਰਤਿਆ ਸੀ ਨਾ, ਇਹ ਉਹਦੇ ਨਾਲੋਂ ਵੱਧ ਹੋਣਾ ਸੀ। ਕੱਲੂਕਾਰਾ ਕਹਿ ਲੋ, ਇੱਕ ਕੱਲੂਕਾਰਾ, ਇਹ ਤੇ ਬਹੁਤ ਵੱਡਾ ਕੱਲੂਕਾਰਾ। ਇੱਕ ਛੋਟੇ ਕੱਲੂਕਾਰੇ ਦੀ ਗੱਲ ਆਉਂਦੀ ਆ, ਇੱਕ ਵੱਡੇ ਕੱਲੂਕਾਰੇ ਦੀ। ਜਿਹੜਾ ਨਵੰਬਰ 84 ਦਾ ਸੀ ਉਹਨੂੰ ਵੀ ਕੱਲੂਕਾਰਾ ਵਰਤਿਆ ਜਾਂਦਾ ਤੀਸਰਾ, ਪਰ ਇਹ ਜਿਹੜਾ ਸੀ ਇਹ ਤਾਂ ਸਭ ਤੋਂ ਉੱਤੇ ਚਲੇ ਜਾਣਾ। ਇਹ ਕੱਲੂਕਾਰਾ ਫਿਰ ਸਿੱਖਾਂ ਦੇ ਖਿਲਾਫ ਜਾਣਾ ਸੀ ਜਾਂ ਕੀ ਹੋਣਾ ਸੀ? ਸਿੱਖਾਂ ਦੇ, ਨਿਰੋਲ ਸਿੱਖਾਂ ਦੇ। ਅੱਛਾ ਜੀ। ਕਿਉਂਕਿ ਕੇਂਦਰ ਸਰਕਾਰ ਇੱਕੋ ਗੱਲ ਕਹਿ ਰਹੀ ਸੀ ਕਿ ਇੱਥੇ ਜਿਹੜਾ ਇਹ ਕਿਸਾਨ ਨਹੀਂਗੇ, ਇਹ ਖਾਲਿਸਤਾਨੀ ਅੱਤਵਾਦੀ ਨੇ, ਆਤੰਕਵਾਦੀ ਨੇ, ਦੇਸ਼ ਧਰੋਹੀ ਨੇ। ਉਹ ਸਾਨੂੰ ਦੇਸ਼ ਧਰੋਹੀਆਂ ਦਾ ਮਤਲਬ ਕਿ ਜਿਹੜਾ ਮੁਖਾਟਾ ਪਵਾ ਰਹੇ ਸੀ, ਜਦੋਂ ਕਿ ਇਹ ਗੱਲ ਨਹੀਂ ਸੀ। ਸੋ ਇਹ ਕਰਨ ਦੇ ਨਾਲ ਇੱਕ ਵਾਰ ਝਟਕਾ ਜ਼ਰੂਰ ਲੱਗਾ। ਸੋ ਜੇ ਨਾ ਕਰਦੇ ਤੇ ਬੜਾ ਵਧੀਆ ਸੀ, ਤੇ ਜੇ ਇਹ ਹੋ ਵੀ ਗਿਆ ਸੀ ਨਾ, ਤੇ ਇਹਦੇ ਵਿੱਚ ਇਹ ਵੀ ਸੀ ਕਿ ਇਹ ਨਿਸ਼ਾਨ ਸਾਹਿਬ ਜਿਹੜਾ, ਇਹ ਉਹੀ ਨਿਸ਼ਾਨ ਸਾਹਿਬ ਜਿਹਦੇ ਬਾਰੇ ਮੈਂ ਪਹਿਲਾਂ ਗੱਲ ਕਰ ਚੁੱਕਾ। ਨਿਸ਼ਾਨ ਸਾਹਿਬ ਤਾਂ ਉਹੀ ਆ ਜਿਹੜੇ ਹਰ ਗੁਰਦੁਆਰੇ 'ਚ ਚੜਿਆ। ਇਹ ਉਹੀ ਨਿਸ਼ਾਨ ਸਾਹਿਬ ਨੇ ਜਿਹੜੇ ਪੂਰੇ ਸੰਸਾਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹਨਾਂ ਨੇ ਗੁਰਦੁਆਰਿਆਂ ਚੜਾਏ ਨੇ। ਸੋ ਇਹ ਖਾਲਿਸਤਾਨ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਨੂੰ, ਸਾਡੇ ਧਾਰਮਿਕ ਚਿੰਨ੍ਹ ਨੂੰ ਨਾਲ ਜੋੜਨਾ, ਇਹ ਇੱਕ ਸਾਜ਼ਿਸ਼ ਸੀ ਜਿਹੜੀ ਉਹ ਸਾਜ਼ਿਸ਼ ਦੇ ਵਿੱਚ ਉਹਨਾਂ ਨੇ ਮਤਲਬ ਕਿ ਕਰਨ ਜਾ ਰਹੇ ਸੀ, ਪਰ ਉਹ 'ਚ ਪੂਰੇ ਨਹੀਂ ਉਤਰੇ। ਸੋ ਇਹ ਇੱਕ ਬੜੀ ਵੱਡੀ ਅਕਾਲ ਪੁਰਖ ਦੀ ਮੈਂ ਸਮਝਦਾ ਕਿ ਇਹ ਕਿਰਪਾ ਹੋਈ ਜੀ। ਸਰ ਮੈਂ ਟਾਈਮ ਤੁਹਾਡਾ ਜ਼ਿਆਦਾ ਨਹੀਂ ਲੈਣਾ, ਦੋ ਆਖਰੀ ਸਵਾਲ ਨੇ ਛੋਟੇ ਛੋਟੇ। ਇੱਕ ਤਾਂ ਜਦੋਂ 26 ਤਰੀਕ ਤੋਂ ਪਹਿਲਾਂ ਜਿਵੇਂ ਤੁਸੀਂ ਵੀ ਕਈ ਲੜਕੀਆਂ ਨੂੰ ਫੜਿਆ, ਕਈ ਸ਼ਰਾਰਤੀ ਅਨਸਰ ਤੁਸੀਂ ਉੱਥੇ ਫੜੇ, ਪੁਲਿਸ ਨੂੰ ਸੌਂਪਿਆ ਔਰ ਕਈ ਵਾਰੀ ਕੋਈ ਪਿਸਟਲ ਲੈ ਕੇ ਬੰਦਾ ਆ ਗਿਆ, ਕਿਤੇ ਟੈਂਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਜਿਹੜਾ ਮੋਰਚਾ ਸੀ ਤੁਸੀਂ ਸਾਰੇ ਉੱਥੇ ਪੀਸਫੁਲੀ ਬੈਠੇ ਸੀ। ਕੀ ਕਿਸਾਨ ਆਗੂਆਂ ਨੇ ਇਹ ਨਹੀਂ ਸੋਚਿਆ ਕਿ ਜਦੋਂ ਸਾਨੂੰ ਅਸੀਂ ਬੈਠੇ ਆ ਇੱਥੇ ਪੀਸਫੁਲੀ, ਉਦੋਂ ਵੀ ਲੋਕ ਸਾਨੂੰ ਪੀਸਫੁਲੀ ਨਹੀਂ ਬੈਠਣ ਦੇ ਰਹੇ, ਜਦੋਂ ਅਸੀਂ ਉੱਠ ਕੇ ਤੁਰ ਪਾਂਗੇ ਵਹੀਰਾਂ ਕੱਤ ਕੇ, ਉਦੋਂ ਇਹ ਲੋਕ ਕਿਹੋ ਜਿਹੀਆਂ ਸ਼ਰਾਰਤਾਂ ਕਰ ਸਕਦੇ ਆ? ਮੇਰਾ ਸਿੱਧਾ ਸਵਾਲ ਇਹ ਹੈ ਕਿ ਕੀ 26 ਜਨਵਰੀ ਦੀ ਪਰੇਡ ਨੂੰ ਟਾਲਿਆ ਜਾ ਸਕਦਾ ਸੀ? ਤੁਸੀਂ ਆਪੋ ਆਪਣੇ ਬਾਰਡਰਾਂ ਦੇ ਉੱਪਰ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਸੀ ਕਰ ਸਕਦੇ ਪੀਸਫੁਲੀ ਪਰੇਡ ਤੋਂ ਬਿਨਾ? ਜੀ ਦੇਖੋ, ਜਦੋਂ ਸੰਘਰਸ਼ ਬੰਦੇ ਜਿਹੜੇ ਕਰਦੇ ਨੇ ਨਾ, ਉਹਦੇ ਵਿੱਚ ਫਿਰ ਸਾਡਾ ਤੇ ਵੇਖੋ ਸੰਗਠਨ ਹੀ ਬਹੁਤ ਵੱਡਾ ਹੈ।
ਅਸੀਂ ਜਿਹੜੇ ਸੰਗਠਨ ਜਿਹੜਾ ਸੰਯੁਕਤ ਮੋਰਚਾ ਬਣਿਆ ਜੀ, ਬਿਲਕੁਲ। ਇਹ 'ਚ ਅਸੀਂ 32 ਤਾਂ ਪੰਜਾਬ ਦੇ ਹਾਂ ਜੀ। ਫਿਰ ਅੱਗੇ ਆ ਗਏ ਇੰਡੀਆ ਲੈਵਲ ਦੇ ਜਿਹੜੇ 450 ਜਥੇਬੰਦੀ ਜੀ, ਜੀ। ਨੂੰ ਅਸੀਂ ਹੋ ਗਏ 40 ਜੀ। ਹੁਣ 40 ਦੀ ਜਿਹੜੀ ਵਿਚਾਰਧਾਰਾ ਹੈ ਉਹ ਕਈ ਵਾਰ ਮੇਲ ਨਹੀਂ ਖਾਂਦੀ ਤੇ ਫੈਸਲੇ ਕਰਨ ਦੇ ਵਿੱਚ ਕਈ ਵਾਰ ਜਿਹੜੇ ਬੰਦੇ ਕੰਮ ਕਰਦੇ ਨੇ ਸੰਘਰਸ਼ ਕਰਦੇ ਨੇ ਜੀ। ਉਹਨਾਂ ਕੋਲੋਂ ਚੱਲਦਿਆਂ ਕੋਲੋਂ ਯਾਰ ਇਹ ਤੇ ਨਹੀਂ ਨਾ ਵੀ ਗਲਤੀ ਨੂੰ ਅਸੀਂ ਵੀ ਤਾਂ ਬੰਦੇ ਹੀ ਆ ਜੀ। ਸਾਡੇ ਕੋਲੋਂ ਵੀ ਨਹੀਂ ਕਿਤੇ ਨਾ ਕਿਤੇ ਜਿਹੜੀ ਆ ਉਹ ਕੋਈ ਚੁੱਕ ਹੋ ਜਾਂਦੀ ਆ। ਸੋ ਇਹਦੇ ਵਿੱਚ ਲੋਕਾਂ ਨੇ ਜਦੋਂ 26 ਜਨਵਰੀ ਦੀ ਕਾਲ ਦਿੱਤੀ ਗਈ ਵੀ ਪਰੇਡ, ਹੁਣ ਪਰੇਡ ਇਹ ਨਹੀਂ ਸੀ ਵੀ ਉੱਥੇ ਜਿੱਥੇ ਉਹ ਪਰੇਡ ਕਰ ਰਹੇ ਨੇ ਜੀ। ਉੱਥੇ ਪਰੇਡ ਅਸਾਂ ਕਰਨੀ ਆ। ਪਰੇਡ ਦਾ ਮਤਲਬ ਸੀ ਵੀ ਅਸੀਂ ਵੀ ਪ੍ਰਦਰਸ਼ਨ ਕਰਾਂਗੇ, ਵਿਖਾਲਾ ਕਰਾਂਗੇ, ਸਾਡੇ ਵੀ ਟਰੈਕਟਰ ਵੀ ਉਧਰ ਇੱਕ ਪਾਸੇ ਤਾਂ ਉਹ ਚੱਲ ਰਿਹਾ 26 ਜਨਵਰੀ ਸਾਡਾ ਕਿਸਾਨ ਦਾ ਬੇਟਾ ਇੱਕ ਕਿਸਾਨ ਹੈ, ਦੂਸਰਾ ਜਿਹੜਾ ਆਰਮੀ 'ਚ ਹੈ ਉਧਰੋਂ ਆਰਮੀ ਵਾਲਾ ਕਰ ਰਿਹਾ, ਇਧਰ ਟਰੈਕਟਰ ਵਾਲਾ ਕਰ ਰਿਹਾ, ਜਵਾਨ ਤੇ ਕਿਸਾਨ। ਜਵਾਨ ਤੇ ਕਿਸਾਨ। ਜੀ। ਮੰਤਵ ਇਹ ਸੀ ਵੀ ਅਸੀਂ ਇਹ ਦੱਸਣਾ ਚਾਹੁੰਦੇ ਸਰਕਾਰ ਨੂੰ ਜੀ। ਵੀ ਇਹ ਇੱਕ ਦਬਾਅ ਸੀ, ਲੇਕਿਨ ਉਹ ਟਰੈਕਟਰ ਇੰਨਾ ਜ਼ਿਆਦਾ ਚਲੇ ਗਿਆ। ਜੀ। ਮੈਂ ਇਹ ਗੱਲ ਮੰਨਾਂਗਾ ਕਿ ਜਿਹੜਾ ਸਾਡਾ ਕੰਟਰੋਲ ਕਰਨ ਦੇ ਵਿੱਚ ਸਾਡੀ ਵੀ ਕੁਤਾਹੀ ਹੋਈ ਆ। ਜੀ। ਮੈਂ ਲੋਕ ਕੰਨ ਪੁੱਠੇ ਫੜਦੇ ਨੇ ਪਰ ਮੈਂ ਤਾਂ ਭਾਈ ਸਿੱਧੇ ਫੜਦਾ ਜੀ। ਵੀ ਸਾਡੇ ਕੋਲੋਂ ਵੀ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਕਿਉਂਕਿ ਗਿਣਤੀ ਇੰਨੀ ਚ ਰਹੀ ਉਹਨੂੰ ਕੰਟਰੋਲ ਕਰ ਪਾਉਣਾ Control ਜਿਹੜਾ ਸੀ ਘੱਟ ਉਹ ਬਹੁਤ ਔਖਾ ਹੋ ਗਿਆ। ਜੀ, ਜੀ। ਵਲੰਟੀਅਰ ਘੱਟ ਸਨ, ਸ਼ਿਕਸ਼ਿਤ ਘੱਟ ਸਨ, ਜਿਹੜੇ ਸਾਡੇ ਵਰਕਰ ਸੀ, ਜਿਹੜੇ ਟਰੈਕਟਰ ਵਾਲੇ ਗਏ ਸੀ ਜਵਾਨ, ਉਹ ਚਾਹੁੰਦੇ ਸੀ ਕਿ ਵੀ ਸਭ ਤੋਂ ਅੱਗੇ ਮੈਂ ਨਿਕਲਣਾ ਜੀ। ਤੇ ਜਿਹੜੇ ਪਹਿਲਾਂ ਬੈਠੇ ਸੀ। ਸੋ ਇਹਦੇ ਵਿੱਚ ਕਈ ਵਾਰ ਫੈਸਲੇ ਕਰਨ ਵਿੱਚ ਸੋਚਿਆ ਦਿਮਾਗ 'ਚ ਹੋਰ ਹੁੰਦਾ ਹੈ ਤੇ ਉਹਦਾ ਜਿਹੜਾ ਉਹ ਭੀੜ ਜਦੋਂ ਤੇ ਕਰੀਦਾ ਕਾਬੂ ਨਹੀਂ ਕੋਈ ਰਹਿ ਗਿਆ। ਉਹਦਾ ਵਿੱਚ ਕਈ ਉਣਤਾਈਆਂ ਜਿਹੜੀਆਂ ਰਹਿੰਦੀਆਂ ਨੇ ਜੀ। ਸੋ ਹੋਈਆਂ ਨੇ। ਸਰ ਇੱਕ ਆਖਰੀ ਸਵਾਲ ਆ ਮੇਰਾ, ਜਿਵੇਂ ਮੋਰਚਾ ਲੱਗਿਆ ਉੱਥੇ ਸੁਭਾਵਕ ਹੈ ਕਿ ਫੰਡ ਵੀ ਲੱਖਾਂ ਦੇ ਹਿਸਾਬ ਨਾਲ ਆਏ ਹੋ ਸਕਦੇ ਆ ਔਰ ਤੁਹਾਡੇ ਖਰਚੇ ਵੀ ਬਹੁਤ ਹੋ ਸਕਦੇ ਉੱਥੇ, ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ, ਤੁਹਾਨੂੰ ਪਤਾ ਨੇ। ਪਰ ਜਿਹੜੇ ਲੋਕ ਸ਼ਹੀਦ ਹੋ ਗਏ ਜਾਂ ਜਾਨਾਂ ਚਲੇ ਗਈਆਂ ਉੱਥੇ, ਚਾਹੇ ਕਿਸੇ ਕਾਰਨ ਵੀ ਗਈਆਂ, ਠੰਡ ਨਾਲ ਗਈਆਂ, ਬਿਮਾਰੀ ਨਾਲ ਗਈਆਂ, ਉਹਨਾਂ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਕੀ ਕੁਛ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ? ਜਿਹੜੇ ਫੰਡ ਆਏ ਨੇ ਉਹਨਾਂ ਦੀ ਵਰਤੋਂ ਕੀ ਉਹਨਾਂ ਪਰਿਵਾਰਾਂ ਵਾਸਤੇ ਹੁਣ ਤੱਕ ਕੀਤੀ ਗਈ ਜਾਂ ਨਹੀਂ ਕੀਤੀ ਗਈ? ਜਿਹੜੇ ਸ਼ਹੀਦ ਪਰਿਵਾਰ ਨੇ ਨਾ ਜੀ। ਉਹਨਾਂ ਵਾਸਤੇ ਫੈਸਲਾ ਸੀ ਇਹ ਕੀਤਾ ਹੈ ਕਿਉਂਕਿ ਜਿਹੜੇ ਫੰਡ ਉੱਥੇ ਆ ਰਹੇ ਨੇ ਜੀ। ਉਹਦੇ ਵਾਸਤੇ ਵੀ ਕਮੇਟੀ ਬਣੀ ਹੋਈ ਹੈ। ਠੀਕ ਮੈਂ ਹੈ। ਉਸ ਕਮੇਟੀ 'ਚ ਨਹੀਂ, ਜਿਹੜਾ ਫੰਡ ਖਰਚ ਤੁਸੀਂ ਉਹ ਕੀਤਾ ਕਮੇਟੀ ਦਾ ਪਾਰਟ ਨਹੀਂ ਹੈਗੇ? ਨਹੀਂ, ਉਸ ਜਿਹੜੀ ਫੰਡ ਵਾਲੀ ਕਮੇਟੀ ਜਿਹੜੀ ਇਕੱਠੀ ਜਿੱਤ ਜਿਹੜਾ ਫੰਡ ਜਿਨ੍ਹਾਂ ਕੋਲੋਂ ਆ ਰਿਹਾ ਜੀ। ਉਹਦੇ ਵਿੱਚ ਵੀ ਮੈਂ ਕਮੇਟੀ 'ਚ ਨਹੀਂ। ਜਿਹੜੀ ਅੱਗੋਂ ਸਾਡੀ ਖਰਚਾ ਕਮੇਟੀ ਬਣਾਈ ਆ ਜੀ। ਮੈਂ ਉਹਦੇ ਵਿੱਚ ਵੀ ਜੀ। ਨਹੀਂ। ਹਾਂ, ਸਾਡਾ ਫੈਸਲਾ ਇਹ ਹੋਇਆ ਸੀ ਕਿ ਅਸੀਂ ਜਿਹੜਾ ਇਹ ਪੈਸਾ ਆ ਰਿਹਾ ਜੀ। ਤੇ ਜਿਹੜੇ ਖਰਚ ਹੋ ਰਹੇ ਨੇ ਇਹ ਕੱਢ ਕੇ 1-2 ਵਾਰ ਪ੍ਰੋਗਰਾਮ ਵੀ ਬਣਾਇਆ ਜੀ। ਕਿ ਪਰਿਵਾਰਾਂ ਨੂੰ ਸੱਦ ਕੇ ਤੇ ਉਹਨਾਂ ਨੂੰ ਜਿਹੜੀ ਸਹਾਇਤਾ ਦਿੱਤੀ ਜਾਵੇ। ਜੀ। ਉਹ ਸਾਡੀ ਕਿਤੇ ਨਾ ਕਿਤੇ ਕੰਮ ਕਰਨ ਦੇ ਵਿੱਚ ਜਾਂ ਇਹਨਾਂ ਸੰਘਰਸ਼ ਕਰਨ ਦੇ ਵਿੱਚ ਜ਼ਿਆਦਾ ਜਿਹੜਾ ਦਿਮਾਗੀ ਮਤਲਬ ਕਿ ਜਿਹੜਾ ਬੋਝ, ਕਿਉਂਕਿ ਏਡੀ ਗਿਣਤੀ ਵਿੱਚ ਜੀ। ਲੋਕ ਉੱਥੇ ਆ ਰਹੇ ਨੇ, ਉਹਨਾਂ ਨੂੰ ਸੰਭਾਲਣਾ, ਸਰਕਾਰ ਨਾਲ ਮੀਟਿੰਗਾਂ ਕਰਨੀਆਂ, ਆਪਸ ਵਿੱਚ ਕਰਨੀਆਂ, ਸੰਭਾਲਣਾ, ਉਹ ਅਸੀਂ ਕਰਨ ਦੇ ਵਿੱਚ ਸਾਡਾ 20 ਤਰੀਕ ਨੂੰ ਪ੍ਰੋਗਰਾਮ ਬਣਾ ਚੁੱਕੇ ਸਾਂ ਜੀ। ਕਿ ਇੱਕ ਵਾਰ ਬਣਾ, ਪਰ ਉਹ ਚੱਲਦਿਆਂ ਅੱਗੇ 26 ਵਾਲਾ ਪ੍ਰੋਗਰਾਮ ਆ ਗਿਆ, ਜੀ। ਉਹਦੇ ਵਿੱਚ ਕਰਦੇ ਵੀ ਉਹ ਅਸੀਂ ਕਰ ਨਹੀਂ ਸਕੇ। ਸੋ ਸਾਡਾ ਇਹ ਪ੍ਰੋਗਰਾਮ ਹੈ ਜਿਸ ਤਰ੍ਹਾਂ ਹੁਣ ਜਿਹੜਾ ਕੇਸ ਜਿਨ੍ਹਾਂ ਦੇ ਉੱਤੇ ਦਰਜ ਹੋ ਗਏ ਨੇ ਜੀ, ਜੀ। ਉਹਨਾਂ ਦੀਆਂ ਵਕੀਲਾਂ ਵਾਸਤੇ ਵੀ, ਵੈਸੇ ਤਾਂ ਵਕੀਲ ਸਾਨੂੰ ਕੁਝ ਫ੍ਰੀ ਵੀ ਨੇ, ਮੁਫਤ ਮਿਲ ਗਏ, ਹਾਂ ਬਿਲਕੁਲ ਮਿਲੇ ਹੋਏ ਨੇ, ਸੇਵਾਵਾਂ ਦੇਤੀਆਂ, ਸੇਵਾਵਾਂ ਦੇ ਰਹੇ ਜੀ, ਨੇ। ਜੀ, ਜੀ। ਤੇ ਜਿਹੜੇ ਕੋ ਸਾਨੂੰ ਮਤਲਬ ਕਿ ਹੋ ਸਕਦਾ ਹੈ ਕਿ ਸੀਨੀਅਰ ਵਕੀਲ ਜਿਹੜੇ ਨੇ ਉਹ ਸਾਨੂੰ ਕੋ ਕਰਨੀ ਪੈਣ ਤੇ ਉਹਨਾਂ ਦੀ ਪੈਰਵਾਈ ਫਿਰ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਵਾਸਤੇ ਵੀ, ਉਹਨਾਂ ਦੇ ਟਰਾਉਣ ਦਾ ਵੀ ਉਹਨਾਂ ਨੇ ਕਿਰਾਇਆ ਭਰਿਆ। ਬਾਕੀ ਜਿਹੜੇ ਉੱਥੇ ਏਡੇ ਵੱਡੇ ਛੱਡ ਵੀ ਉੱਥੇ ਜਿਹੜੇ ਨੇ, ਜਿਸ ਤਰ੍ਹਾਂ ਕਿ ਜਿਹੜਾ ਪੰਡਾਲ ਲੱਗਿਆ ਜੀ। ਉੱਥੇ ਵੀ ਆ, ਹੋਰ ਵੀ ਖਰਚੇ ਜਿਹੜੇ ਨੇ ਉਹ ਹੋ ਰਹੇ ਨੇ। ਇਹ ਸਾਰੀਆਂ ਖਰਚਾ ਬਣਾਈਆਂ। ਉਹਦੇ ਵਿੱਚ ਅਸੀਂ ਹੁਣ ਅਗਲੀ ਮੀਟਿੰਗ ਦੇ ਵਿੱਚ ਇਹ ਜਿਹੜਾ ਇਹ ਕਰਾਂਗੇ ਵੀ ਸਾਰਾ ਫੰਡ ਸਾਡੇ ਕੋਲ ਆਇਆ ਹੁਣ ਤੱਕ ਕਿੰਨਾ ਤੇ ਇਹ ਸਾਡੇ ਕੋਲ ਖਰਚ ਕਿੰਨਾ ਹੋਇਆ, ਇਹ ਸਾਡੀਆਂ ਮੀਟਿੰਗਾਂ 'ਚ ਗੱਲ ਚੱਲਦੀ ਆ ਤੇ ਅਸੀਂ ਜਿਹੜਾ ਪੈਸਾ ਹੋਏਗਾ ਸ਼ਹੀਦ ਪਰਿਵਾਰਾਂ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਕਿ ਥੋੜਾ ਜਿਹਾ ਲੇਟ ਹੋ ਚੁੱਕੇ ਹੋ ਤੁਸੀਂ ਸ਼ਹੀਦ ਪਰਿਵਾਰਾਂ ਨੂੰ ਦੇਣ 'ਚ? ਤੁਹਾਨੂੰ ਜਲਦੀ ਕਰਨਾ ਚਾਹੀਦਾ ਕਿਉਂਕਿ ਹਾਲਾਤ ਜਿਵੇਂ 26 ਜਨਵਰੀ ਦਾ ਹੋਇਆ ਸੀ, ਆਉਣ ਵਾਲੇ ਭਵਿੱਖ ਦੇ ਵਿੱਚ ਮੋਰਚਾ ਕਿੱਧਰ ਨੂੰ ਜਾਣਾ, ਕੀ ਹੋਣਾ, ਹਲੇ ਕੁਝ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਪਰਿਵਾਰਾਂ ਨੂੰ ਘੱਟੋ ਘੱਟ ਜਿਨ੍ਹਾਂ ਦੇ ਜਾਨਾਂ ਗਈ ਨੇ ਉਹਨਾਂ ਪਰਿਵਾਰਾਂ ਦੀ ਉਗ ਸੁਗ ਲੈ ਲੈਣੀ ਚਾਹੀਦੀ ਹੈ ਸਮਾਂ ਰਹਿੰਦੇ? ਬਿਲਕੁਲ, ਇਹ ਗੱਲ ਤੁਹਾਡੀ ਠੀਕ ਹੈ ਕਿ ਅਸੀਂ ਇਹ ਸਮਝਦੇ ਹਾਂ, ਅਸੀਂ ਵੀ ਚਿੰਤਤ ਇਸ ਗੱਲ ਤੋਂ ਜੀ। ਤੇ ਅਸੀਂ ਇਹ ਗੱਲ ਜਿਹੜੀ ਆ ਮੀਟਿੰਗ ਦੇ ਵਿੱਚ ਕਈ ਵਾਰ ਹੋਈ ਆ। ਹੁਣ ਕੱਲ ਮੈਂ ਪਰਸੋਂ ਮੀਟਿੰਗ ਸੀ ਸਾਡੀ ਇੱਕ, ਜੀ। ਮੁੜ ਕੇ ਉਹ ਮੀਟਿੰਗ ਜਿਹੜੀ ਸੀ ਫਿਰ ਪੋਸਟਪੋਨ ਹੋ ਗਈ ਤੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਜਿਹੜੀ ਸੀ ਇਹ ਰੱਖਣੀ ਸੀ, ਸਾਰੇ ਰੱਖ ਰਹੇ ਨੇ ਔਰ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਇਹ ਵਿਚਾਰ ਕਰਕੇ ਹੁਣ ਜਿਹੜੀ ਅਗਲੀ ਮੀਟਿੰਗ ਸਾਡੀ ਹੋਵੇਗੀ ਜੀ। ਤੇ ਉਸ ਮੀਟਿੰਗ ਦੇ ਵਿੱਚ ਇਹ ਕਰਕੇ ਤੇ ਅਸੀਂ ਇਹ ਕਰ ਰਹੇ ਹਾਂ ਕਿ ਸਾਡੇ ਕੋਲ ਪੈਸਾ ਹੈ ਕਿੰਨਾ, ਆਇਆ ਕਿੰਨਾ ਖਰਚਾ ਗਿਆ, ਕਿੰਨਾ ਸਾਡੇ ਕੋਲ ਹੈ ਠੀਕ ਹੈ ਜੀ। ਤੇ ਕਿੰਨਾ ਸਾਨੂੰ ਚਾਹੀਦਾ ਉਹ ਰੱਖ ਕੇ ਤੇ ਜਿਹੜਾ ਸ਼ਹੀਦ ਪਰਿਵਾਰਾਂ ਦੇ ਵਿੱਚ ਜਿਹੜਾ ਦਿੱਤਾ ਜਾਵੇ। ਫਿਰ ਅਸੀਂ ਅਪੀਲ ਵੀ ਕਰ ਸਕਦੇ ਹਾਂ ਆਪਣੇ NIR ਵੀਰ ਨੇ ਜਿਹੜੇ ਸਾਡੇ, ਉਹ ਵੀ ਸਾਡੇ ਤੋਂ ਲਿਸਟਾਂ ਮੰਗ ਰਹੇ ਨੇ ਵੀ ਸਾਨੂੰ ਦੱਸੋ, ਅਸੀਂ ਭੇਜਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਲੋੜਵੰਦ ਨੇ ਨਾ
ਹੁਣ ਜਿਸ ਤਰ੍ਹਾਂ ਪਹਿਲਾਂ ਤਾਂ ਬਿਲਕੁਲ ਹਾਂ ਲੋੜਵੰਦ ਜਿਹੜਾ ਜਿਸ ਤਰ੍ਹਾਂ ਹੁਣ ਬਟਾਲੇ ਤੋਂ ਗੁਰਦਾਸਪੁਰ ਤੋਂ ਇੱਕ ਜਿਹਨੇ ਉੱਥੇ ਸੁਸਾਈਡ ਕੀਤਾ ਸੀ, ਜੀ। ਉਹ ਪਰਿਵਾਰ ਕਹਿੰਦਾ ਸੀ ਵੀ ਅਸੀਂ ਕਿਸੇ ਕਿਸਮ ਦੀ ਜਿਹੜੀ ਆ ਉਹ ਸਹਾਇਤਾ ਨਹੀਂ ਨਹੀਂ ਲੈਣੀ, ਮਨਾ ਕਰਤਾ ਉਹਨੇ। ਮਨਾ ਕਰਤਾ। ਜੀ। ਹੁਣ ਅਸੀਂ ਇਸ ਤਰ੍ਹਾਂ ਦੇ ਪਰਿਵਾਰ ਟੋਲ ਕੇ ਜਿਹੜੇ ਨਹੀਂ ਲੈਣ ਦੇ ਚਾਹੁੰਦੇ ਨਹੀਂਗੇ, ਉਹਨਾਂ ਦੇ ਤੇ ਜਿਹੜੇ ਅਤ ਗਰੀਬ ਬਿਲਕੁਲ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਉਹਨਾਂ ਨੂੰ ਤੇ ਜਿਹੜੇ NRI ਵੀਰ ਆਏ ਨੇ ਜਿਹੜੇ ਦੇ ਰਹੇ ਨੇ, ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਜਿਹਨੂੰ ਵੀ ਤੁਸੀਂ ਸਹਾਇਤਾ ਦਿਓ ਉਹ ਸਾਡੇ ਤੱਕ ਪਤਾ ਹੋਣਾ ਚਾਹੀਦਾ, ਰਿਕਾਰਡ 'ਚ ਆ ਜੇ, ਰਿਕਾਰਡ 'ਚ ਆ ਜੇ, ਤੇ ਜਿਹਨੂੰ ਅਸੀਂ ਦਈਏ, ਜਿਹਨੂੰ ਤੁਸੀਂ ਦੇ ਦਿਓ, ਉਹਨੂੰ ਅਸੀਂ ਉਹ ਪੈਸੇ ਘੱਟ ਕਰਕੇ ਤੇ ਬਰਾਬਰ ਸਾਰਿਆਂ ਨੂੰ ਦਿੱਤੇ ਜਾਣ। ਜੀ। ਮਤਲਬ ਕਿ ਇਹ ਸੰਘਰਸ਼ ਦੇ ਚਾਹੇ NRI ਵੀਰ ਦੇਣ ਜਾਂ ਸੰਯੁਕਤ ਮੋਰਚਾ ਦੇਵੇ, ਉਹ ਪੈਸੇ ਸਾਰਿਆਂ ਨੂੰ ਬਰਾਬਰ ਜਾਣ। ਇਹ ਨਾ ਹੋਵੇ ਕਿ ਕੋਈ ਗਰੀਬ ਜਿਹੜਾ ਉਹ ਰਹਿ ਜਾਵੇ ਤੇ ਜਿਹੜਾ ਸਰ ਵੀ ਸਕਦਾ, ਜਿਹੜਾ ਨਹੀਂ ਬਚਾਉਂਦਾ ਤੇ ਉਹਨੂੰ ਚਲ ਜਾਣ। ਅਸੀਂ ਇਸ ਤਰ੍ਹਾਂ ਦਾ ਜਿਹੜਾ ਉਹ ਪ੍ਰੋਗਰਾਮ ਲਿਖਿਆ ਔਰ ਹੋਵੇਗਾ। ਇਸ ਤਰ੍ਹਾਂ ਦੀ ਇਹ ਗੱਲ ਨਹੀਂ ਕਿ ਜਿਹੜਾ ਮਤਲਬ ਕਿ ਉਹਨਾਂ ਦਾ ਧਿਆਨ ਚ ਨਹੀਂਗਾ। ਅਸੀਂ ਜਿਸ ਤਰ੍ਹਾਂ ਹੁਣ ਇਲਾਜ ਹੈ, ਮੈਂ ਹੁਣ ਕੱਲ ਇੱਥੇ ਅੰਮ੍ਰਿਤਸਰ ਆ ਕੇ ਇੱਥੇ ਇੱਕ ਜਿਹੜਾ ਸੀ ਸਾਡੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸੀ ਜੀ। ਸਾਡੀ ਟਰਾਲੀ 24 ਤਰੀਕ ਨੂੰ ਇੱਥੋਂ ਚੱਲੀ ਸੀ ਫਤਿਹਗੜ੍ਹ ਚੂੜੀਆਂ ਤੋਂ, ਤੇ ਮਜੀਠੇ ਦਾ ਇੱਕ ਲੜਕਾ ਸੀ ਜਿਹਦਾ ਕਿ ਐਕਸੀਡੈਂਟ ਹੋਇਆ। ਮੈਂ ਕੱਲ ਹੀ 1.5 ਲੱਖ ਰੁਪਈਆ ਜਿਹੜਾ ਉਹ ਜਿਹੜਾ ਹੈਗਾ ਅਮਨਦੀਪ ਹਸਪਤਾਲ ਉਹਨਾਂ ਨੂੰ ਉੱਥੇ ਦੇਖਿਆ। ਅਜੇ ਪੈਸੇ ਕੁਝ ਹੋਰ ਵੀ ਲਿਆ ਕੇ ਉਹਨਾਂ ਨੂੰ ਜਿਹੜੇ ਇਹ ਦੇਣੇ ਨੇ। ਸੋ ਜਿਹੜੇ ਉੱਥੇ ਜਿਹਦੇ ਨੇ ਸੁਸਾਈਡ ਕਈਆਂ ਨੇ ਉੱਥੇ ਜਿਹੜਾ ਦਵਾਈ ਖਾਦੀ ਜਾਂ ਇਲਾਜ ਜਿਹਨਾਂ ਦਾ ਬਿਮਾਰ ਹੁੰਦੇ ਨੇ ਇਲਾਜ ਕਰਾਇਆ ਜਾਂਦਾ, ਅਸੀਂ ਉਸੇ ਟਾਈਮ ਤੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਹਾਂ ਔਰ ਉਹਨਾਂ ਦਾ ਇਲਾਜ ਵੀ ਜਿਹੜਾ ਉਹ ਅਸੀਂ ਕਰਾ ਰਹੇ ਹਾਂ। ਸਰ ਵੈਸੇ ਤਾਂ ਮੇਰੇ ਸਵਾਲ ਖਤਮ ਹੋ ਗਏ ਸੀ, ਪਰ ਤੁਹਾਡੀ ਗੱਲ ਦੇ ਵਿੱਚੋਂ ਇੱਕ ਗੱਲ ਨਿਕਲ ਆਈ, ਮੈਂ ਮਾਫੀ ਚਾਹੁੰਦਾ, ਮੈਂ ਥੋੜਾ ਜਿਹਾ ਸਮਾਂ ਐਡ ਕਰ ਰਿਹਾ ਵਿੱਚ। ਤੁਸੀਂ ਇਹ ਗੱਲ ਕਹੀ ਸੀ ਜਿਵੇਂ 26 ਤਰੀਕ ਨੂੰ ਤੁਸੀਂ ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਗਿਆ। ਹੁਣ ਮੇਰਾ ਸਵਾਲ ਥੋੜਾ ਜਿਹਾ ਹਟ ਕੇ ਹੈ ਕਿ ਮੰਨ ਲਓ ਜਿਵੇਂ ਭਾਰਤ ਸਰਕਾਰ, ਮੋਦੀ ਸਰਕਾਰ ਅੜੀ ਹੋਈ ਆ ਆਪਣੇ ਕਾਨੂੰਨਾਂ ਨੂੰ ਲੈ ਕੇ, ਫਾਇਦੇ ਦੱਸਣ ਤੇ ਆਈ ਆ ਔਰ ਕਿਸਾਨ ਜਿਹੜੇ ਨੇ ਰੱਦ ਕਰਾਉਣ ਦੇ ਉੱਪਰ ਅੜੇ ਹੋਏ ਨੇ। ਮੰਨ ਲਓ ਜੇ ਮੋਦੀ ਸਰਕਾਰ ਨਹੀਂ ਮੰਨਦੀ ਗੱਲਾਂ ਕਿਸਾਨਾਂ ਦੀਆਂ, ਤਾਂ ਤੁਹਾਡੇ ਕੋਲ ਪਲਾਨ B ਕੀ ਆ? ਆਪਣੇ ਲੋਕਾਂ ਨੂੰ ਕਿਵੇਂ ਸਮਝਾਉਣ ਦੀ ਤੁਹਾਡੇ ਕੋਲ ਪਲੈਨਿੰਗ ਹੈਗੀ ਆ? ਔਰ ਸਰਕਾਰ ਨਾਲ ਗੱਲਬਾਤ ਕਰਨ ਲਈ ਨਵੇਂ ਸਿਰਿਓਂ ਤੁਹਾਡੇ ਕੋਲ ਪਲਾਨ B ਕੀ ਆਪਸ਼ਨ ਕੀ ਆ? ਔਰ ਆਪਸ਼ਨ B ਜੇ ਨਹੀਂ ਹੈਗੇ ਤਾਂ ਉਹਨੂੰ ਤਲਾਸ਼ਣ ਦੀ ਤੁਹਾਡੀ ਕੋਈ ਮਨਸ਼ਾ ਹੈਗੀ ਆ ਜਾਂ ਤੁਸੀਂ ਮਤਲਬ ਹਾਲੇ ਸਰਕਾਰ ਦੇ ਮੂੰਹ ਵਾਲੀ ਦੇਖ ਰਹੇ ਹੋ? ਦੇਖੋ ਗੱਲ ਇਹ ਹੈ ਕਿ ਜਿਹੜਾ ਹੁਣ ਜਿਸ ਤਰ੍ਹਾਂ ਆਪਣਾ ਨਰਿੰਦਰ ਸਿੰਘ ਤੋਮਰ ਨੇ ਜੀ, ਜਿਹੜੇ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਪਾਰਲੀਮੈਂਟ 'ਚ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਦੱਸੋ ਇਹਨਾਂ 'ਚ ਮਾੜਾ ਕੀ ਆ ਜੀ, ਤੇ ਉਹ ਦੱਸ ਨਹੀਂ ਸਕੇ। ਵੇਖੋ ਕੋਈ ਝੂਠ ਦੀ ਹੱਦ ਹੁੰਦੀ ਹੈ ਜੀ। ਏਡੇ ਵੱਡੇ ਅਹੁਦੇ ਤੇ ਹੋ ਕੇ ਤੇ ਮੰਤਰੀ ਝੂਠ ਬੋਲ ਰਿਹਾ ਤੇ ਜੇਕਰ ਉਹ ਦੱਸ ਨਹੀਂ ਸਕੇ ਤੇ ਫਿਰ ਮੈਂ ਮੰਤਰੀ ਜੀ ਤੋਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਜੀ ਵੀ ਸਾਡੇ ਕੋਲ ਕਹਿੰਦਾ ਸੀ ਵੀ ਮੈਨੂੰ ਸਾਨੂੰ ਖਾਲੀ ਡੱਬਾ ਦੇ ਦਿਓ, ਬਾਕੀ ਸਭ ਕੁਝ ਕੱਢ ਲਓ। ਅੱਛਾ ਜੀ। ਇਹਨੇ ਸੋਧ ਕਰ ਲਓ ਤੇ ਸਾਨੂੰ ਤੁਸੀਂ ਸਿਰਫ ਖਾਲੀ ਡੱਬਾ ਦੇ ਦਿਓ। ਉਹ ਖਾਲੀ ਡੱਬਾ ਕਾਹਦਾ ਮੰਗਦਾ ਸੀ ਜੀ? ਇਹ ਗੱਲ ਹੋਈ ਸੀ ਮੀਟਿੰਗ 'ਚ ਹੋਈ ਆ ਤੁਹਾਡੇ ਸਾਹਮਣੇ, ਉਹ ਖੁਦ ਪ੍ਰੈਸ 'ਚ ਮੰਨਿਆ ਵੀ ਅਸੀਂ ਤਾਂ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਸੋਧ ਕਰਾ ਲਓ, ਜਿੰਨੀ ਮਰਜ਼ੀ ਕਰਾ ਲਓ, ਸਭ ਕੁਝ ਕੱਢ ਲਓ, ਚੋਂ ਸਾਨੂੰ ਖਾਲੀ ਡੱਬਾ ਦੇ ਦਿਓ। ਇਹ ਮੀਡੀਆ 'ਚ ਖੁਦ ਮੰਨੇ ਆ ਤੋਮਰ ਜੀ। ਅੱਜ ਉਹ ਮੁੱਕਰ ਰਹੇ ਨੇ। ਸੋ ਜਿਹੜੀ ਗੱਲ ਅਗਲੀ ਆ, ਅਸੀਂ ਤੇ ਇਸ ਗੱਲ ਤੇ ਆ ਕਿ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਹੋਣੇ ਚਾਹੀਦੇ ਔਰ MSP ਜਿਹੜੀ ਆ ਪੂਰੇ ਭਾਰਤ 'ਚ ਲਾਗੂ ਹੋਵੇ। ਬਿਲਕੁਲ ਹੋਣੀ ਚਾਹੀਦੀ। ਪਰ ਇਹਨਾਂ ਨੇ ਸਾਡੇ ਖਿਲਾਫ ਵੇਖੋ ਗੱਲਾਂ ਹੋਰ ਗਾਂ ਵਧੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਨਵਰੀਤ ਸਿੰਘ ਦਾ ਜਿਹੜਾ ਉੱਥੇ ਕਤਲ ਹੋਇਆ ਜੀ 26 ਜਨਵਰੀ ਨੂੰ, ਜਿਹੜਾ ਰੁਦਰਪੁਰ ਦਾ ਲੜਕਾ, ਹਾਂਜੀ ਹਾਂਜੀ, ਉਸ ਲੜਕੇ ਦੇ ਅਸੀਂ ਭੋਗ ਤੇ ਗਏ ਆ। ਉੱਥੋਂ ਦੇ ਕਿਸਾਨਾਂ ਨੇ ਸਾਨੂੰ ਭੋਗ ਤੋਂ ਬਾਅਦ ਰੋ ਕੇ ਗੱਲਾਂ ਦੱਸੀਆਂ ਕਿ ਅਸੀਂ ਬਹੁਤ ਫਸ ਗਏ ਆ ਵੀ ਜੇ ਅਸੀਂ ਉੱਥੇ ਧਰਨੇ ਜਾਂਦੇ ਆ ਸਾਨੂੰ ਬਾਹਰਲੇ ਕਿਸਾਨਾਂ ਨੂੰ ਕਿਸ ਤਰ੍ਹਾਂ ਡਰਾਇਆ ਜਾ ਰਿਹਾ। ਇਹ ਗੱਲਾਂ ਮੈਂ ਪਹਿਲਾਂ ਚੈਨਲਾਂ ਤੇ ਕਹਿ ਚੁੱਕਾ ਜੀ, ਇਹ ਮੈਂ ਸਟੇਜ ਤੇ ਵੀ ਕਹਿ ਚੁੱਕਾ ਕਿ ਜਿਹੜਾ ਵੱਖ-ਵੱਖ ਸੂਬਿਆਂ 'ਚ ਕਿਸਾਨ ਖਾਸ ਕਰਕੇ ਪੰਜਾਬੀ ਹੈ ਜਿਹੜਾ ਉਹ ਰਹਿ ਰਿਹਾ, ਸਿੱਖ ਪਰਿਵਾਰ ਜਿਹੜੇ ਰਹਿ ਰਿਹਾ, ਉਹਨਾਂ ਦੇ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ। ਅੱਛਾ ਜੀ। ਵੀ ਇਹ ਜ਼ਮੀਨ ਜਿਹੜੀ ਆ ਜਿਹਦੇ ਨਾਂ ਆ ਕੀ ਉਹ ਇੱਥੇ ਵਾਹੁੰਦਾ? ਭਾਵ ਜੇ ਕਿਸੇ NRI ਦੀ ਜ਼ਮੀਨ ਹੈ, ਜਿਸ ਤਰ੍ਹਾਂ ਪੰਜਾਬ ਦੇ ਲੋਕ ਨੇ ਜਾਂ ਹਰਿਆਣੇ ਦੇ ਆ, ਰਾਜਸਥਾਨ ਦੇ ਆ, ਉਹ ਬਾਹਰ ਗਏ ਨੇ, ਉਹਨਾਂ ਦੀ ਜ਼ਮੀਨਾਂ ਇੱਥੇ ਤੇ ਉਹਨਾਂ ਦੇ ਨਾਂ ਹੀ ਰਹਿਣਗੀਆਂ ਨਾ। ਉਹ ਆਪ ਤਾਂ ਉੱਥੇ ਨੇ। ਹੁਣ ਜ਼ਮੀਨ ਜਿਹੜੀ ਆ ਵੀ ਉਹਨਾਂ ਦੇ ਨਾਂ ਨਹੀਂ, ਉਹ ਕਹਿੰਦੇ ਸੀ ਵੀ ਜਿਹੜੀਆਂ ਜ਼ਮੀਨਾਂ ਸਾਡੇ ਨਾਂ ਨਹੀਂ ਹੈਗੀਆਂ ਤੇ ਵਾਹੁੰਦੇ ਅਸੀਂ ਆ, ਹਿੱਸੇ ਠੇਕੇ ਤੇ ਲੈ ਕੇ ਉਹਨਾਂ ਕੋਲ ਵਾਹੁੰਦੇ ਆ, ਉਹਨਾਂ ਦੇ ਮਾਲਕ ਬਾਹਰ ਰਹਿੰਦੇ ਆ। ਤੇ ਉਹ ਸਾਨੂੰ ਇੱਕ ਖਦਸ਼ਾ ਹੈ ਕਿ ਇਹ ਜ਼ਮੀਨਾਂ ਸਰਕਾਰ ਜਿਹੜੀ ਆ ਨਿਸ਼ਾਨਦੇਹੀ ਕਰਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਸਕਦੀ ਆ ਤੇ ਤੁਸੀਂ ਸਾਡਾ ਕੀ ਕਰੋਗੇ? ਮੈਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਇਸ ਤਰ੍ਹਾਂ ਦੀ ਗੱਲ ਜਿਹੜੀ ਨਹੀਂ ਹੁੰਦੀ ਦਵਾਂਗੇ। ਸੋ ਸਰਕਾਰ ਕਿਸ ਤਰ੍ਹਾਂ ਦਬਾਅ ਪਾ ਰਹੀ ਆ, ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵ ਰਹੀ ਆ ਕਿ ਇਹ ਜਿਹੜੀ 23 ਇਲਾਕੇ ਦੀਆਂ ਜ਼ਮੀਨਾਂ ਨੇ ਇਹ ਤੁਸੀਂ ਇੱਥੇ ਨਾ ਜਾਇਓ, ਅਸੀਂ ਇਹ ਜ਼ਮੀਨਾਂ ਖੋਹ ਕੇ ਇਹਨਾਂ ਨੂੰ ਦੇਣੀਆਂ ਨੇ। ਸੋ ਸਰਕਾਰ ਤਰ੍ਹਾਂ ਦੇ ਦਬਾਅ ਪਾ ਰਹੀ ਆ। ਜਿਵੇਂ 26 ਜਨਵਰੀ ਦਾ ਵੀ ਉਹਨਾਂ ਨੇ ਇੱਕ ષਡਯੰਤਰ ਰਚਿਆ ਤੇ ਉਹ ਉਹਨਾਂ ਦਾ ਕਾਮਯਾਬ ਨਹੀਂ ਹੋਇਆ। ਹੁਣ ਵੀ ਉਹ ਜਿਸ ਤਰ੍ਹਾਂ ਉਹਨਾਂ ਨੇ
28 जनवरी ਨੂੰ ਜਿਹੜਾ ਉੱਥੇ ਜਿਹੜੀ ਸਟੇਜ ਚੱਲ ਰਹੀ ਆ ਸਾਡੇ ਦੂਸਰੇ ਪਾਸੇ ਚੱਲ ਰਹੀ ਆ ਜਿਹੜੀ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਉਹਦੇ ਤੇ ਵੀ ਉਹਨਾਂ ਨੇ ਆ ਕੇ ਪੱਥਰਬਾਜ਼ੀ ਕੀਤੀ। ਉੱਥੋਂ ਇੱਕ ਰਣਜੀਤ ਸਿੰਘ ਨੂੰ ਮਤਲਬ ਕਿ ਜਿਹੜਾ ਸੀ ਜ਼ਬਰਦਸਤੀ ਚੁੱਕ ਕੇ ਲੈ ਕੇ, ਤੁਸੀਂ ਵੇਖਿਆ ਹੋਵੇਗਾ ਕਿ ਮੀਡੀਆ 'ਚ ਕਿਸ ਤਰ੍ਹਾਂ ਉੱਥੇ ਦੀਵਾਰਾਂ ਜਿਹੜੀਆਂ। ਸੋ ਸਾਡਾ ਕਹਿਣ ਤੋਂ ਭਾਵ ਇਹ ਆ ਕਿ ਸਾਡੇ 'ਚ ਇੱਕ ਬੜਾ ਭਰਮਜਾਲ ਫੈਲਾ ਗਿਆ, ਲੋਕਾਂ ਦੇ ਵਿੱਚ ਇੱਕ ਬੜੇ ਵੱਡੇ ਸਵਾਲ ਉੱਠਦੇ ਨੇ। ਹੁਣ ਮੈਨੂੰ ਸਵੇਰ ਤੋਂ ਲੈ ਕੇ ਜਿਹੜਾ ਪਤਾ ਨਹੀਂ ਕਿੰਨੇ ਫੋਨ ਰਾਤ ਨੂੰ, ਔਰ ਰਾਤ ਨੂੰ ਜਿਹੜੇ NRA ਵੀਰ ਨੇ ਉਹ ਸੌਣ ਨਹੀਂ ਦਿੰਦੇ ਵੀ ਤੁਹਾਡੀ ਆਹ ਚਰਚਾ ਚੱਲ ਰਹੀ ਆ, ਇਹਨੂੰ ਤੁਸੀਂ ਕਿਉਂ ਨਹੀਂ ਰੋਕ ਰਹੇ। ਸੋ ਅਸੀਂ ਇਸ ਟਾਈਮ ਤੇ ਜਿਹੜੀ ਬਿਆਨਬਾਜ਼ੀ ਇੱਕ ਦੂਸਰੇ ਤੇ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉੱਥੇ ਬਿਲਕੁਲ ਰੋਕ ਚੁੱਕੇ ਹਾਂ। ਲੇਕਿਨ ਕੁਝ ਆਦਮੀ ਐਸੇ ਵੀ ਨੇ ਕਿ ਜਿਹੜੀਆਂ ਪੁਰਾਣੀਆਂ ਆਵਾਜ਼ਾਂ ਨੇ ਉਹ ਕਲਿੱਪ ਕੱਢ ਕੇ ਉਹ ਦੁਬਾਰਾ ਫੇਰ ਪਾਈ ਜਾਂਦੇ ਆ, ਉਹ ਫਿਰ ਉਹਨਾਂ ਨੂੰ ਭੁਲੇਖਾ ਪੈ ਰਿਹਾ। ਸੋ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਪੈਦਾ ਕੀਤੀ ਜਾ ਰਹੀ ਆ ਕਿ ਕਿਸਾਨ ਇਕੱਠੇ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸੰਘਰਸ਼ ਮੋਰਚੇ ਧਰਨੇ ਚੱਲ ਰਹੇ ਨੇ ਉਹਨਾਂ ਧਰਨਿਆਂ ਦੇ ਵਿੱਚ, ਚਾਹੇ ਉਹ ਸਤਨਾਮ ਸਿੰਘ ਪੰਨੂ ਦਾ ਧਰਨਾ ਹੈ, ਚਾਹੇ ਸੰਯੁਕਤ ਮੋਰਚੇ ਦਾ ਧਰਨਾ ਹੈ, ਚਾਹੇ ਉਹ ਉਗਰਾਹਾ ਸਾਹਿਬ ਦਾ ਧਰਨਾ ਹੈ, ਜਿੰਨੇ ਵੀ ਧਰਨੇ ਚੱਲ ਰਹੇ ਨੇ, ਗਾਜੀਪੁਰ ਬਾਰਡਰ ਤੇ ਆ, ਟਿੱਕਰੀ ਬਾਰਡਰ ਤੇ ਆ, ਸ਼ਾਹਜਹਾਂਪੁਰ ਬਾਰਡਰ ਤੇ ਆ, ਇਹ ਜਿੰਨੇ ਵੀ ਧਰਨੇ ਚੱਲ ਰਹੇ ਨੇ ਉਹਨਾਂ 'ਚ ਜਿੰਨੇ ਵੀ ਉੱਥੇ ਬੈਠੇ ਨੇ ਉਹ ਸਾਰੇ ਕਿਸਾਨ ਨੇ ਜੀ। ਉਹ ਸਾਡੇ ਭਰਾ ਨੇ, ਸਾਡੇ ਬੱਚੇ ਨੇ, ਔਰਤਾਂ ਸਾਡੀਆਂ ਜਿਹੜੀਆਂ ਨੇ ਉਹ ਭੈਣਾਂ ਨੇ, ਸਾਡੀਆਂ ਧੀਆਂ ਨੇ ਜੀ। ਉਹਨਾਂ ਦੀ ਹਰ ਤਰ੍ਹਾਂ ਦੀ ਰਾਖੀ ਰੱਖਣੀ ਸਾਡੀ ਜ਼ਿੰਮੇਵਾਰੀ ਆ। ਔਰ ਜਿਹੜੇ ਡਰਾ ਰਹੇ ਨੇ, ਡਰਨ ਵਾਲਿਆਂ ਨੂੰ ਮੈਂ ਗੱਲ ਕਹਾਂਗਾ ਕਿ ਡਰੋ ਨਾ। ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਤੇ ਬਹੁਤ ਸਾਰੇ ਦਬਾਅ ਪਾਏ ਜਾ ਰਹੇ ਨੇ ਕਿ ਤੁਹਾਡੇ ਮੋਰਚੇ ਵਾਲੇ ਸਾਡਾ ਨਹੀਂ ਕਰਨਗੇ। ਅਸੀਂ ਉਹਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸੰਯੁਕਤ ਮੋਰਚਾ ਤੁਹਾਡੇ ਪਿੱਛੇ ਹੈ। ਸੋ ਇਸ ਤਰ੍ਹਾਂ ਤੋਂ ਸਾਰੇ ਇਕੱਠੇ ਆ। ਕਿਸੇ ਦੇ ਖਿਲਾਫ ਕੋਈ ਹੁਣ ਆਵਾਜ਼ ਜਿਹੜੀ ਆ ਉਹ ਪਹਿਲਾਂ ਵੀ ਫੈਸਲਾ ਹੋ ਚੁੱਕਿਆ, ਕੋਈ ਕਿਸੇ ਦੇ ਖਿਲਾਫ ਜਿਹੜਾ ਉਹ ਟਿੱਪਣੀ ਨਹੀਂ ਕਰ ਰਿਹਾ। ਸੋ ਇਹ ਸੰਘਰਸ਼ ਜਿਹੜਾ ਬਹੁਤ ਪੀਸਫੁਲ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਉਸ ਤਰ੍ਹਾਂ ਹੀ ਚੱਲ ਰਿਹਾ। ਇੱਥੇ ਜੇ ਅਸੀਂ ਪਹੁੰਚੇ ਹਾਂ ਤੇ ਸ਼ਾਂਤਮਈ ਸੰਘਰਸ਼ ਨੂੰ ਰੱਖਿਆ ਤਾਂ ਪਹੁੰਚੇ ਹਾਂ। ਅਸੀਂ ਅੱਗੇ ਵੀ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ, ਪਰ ਕੇਂਦਰ ਸਰਕਾਰ ਜਿਹੜੀ ਆ ਉਹ ਬਹੁਤ ਹੱਥਕੰਡੇ ਅਪਣਾ ਰਹੀ ਆ। ਇਹ ਜਿਹੜੀ ਆ ਇਹ ਤੋਂ ਸਾਨੂੰ ਸਮਝਣ ਦੀ ਲੋੜ ਹੈ, ਬਚਣ ਦੀ ਲੋੜ ਹੈ। ਸੋ ਸੰਘਰਸ਼ ਜਿਹੜਾ ਸਾਡਾ ਫਿਰ ਪੀਸਫੁਲ ਤਰੀਕੇ ਦੇ ਨਾਲ ਉਸੇ ਤਰ੍ਹਾਂ ਫਿਰ ਚੜ੍ਹਾਈਆਂ 'ਚ ਜਾ ਰਿਹਾ। ਸਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਤੁਹਾਡੇ ਰੁਝੇਵੇਂ ਕਾਫੀ ਸੀ। ਔਰ ਅਸੀਂ ਦਰਸ਼ਕਾਂ ਨੂੰ ਵੀ ਜਾਂ ਜਿਹੜੇ ਵੀ ਉੱਥੇ ਕਿਸਾਨ ਮੋਰਚੇ ਦੇ ਵਿੱਚ ਬੈਠੇ ਨੇ, ਜਿਹੜੇ ਵੀ ਉੱਥੇ ਗਏ ਹੋਏ ਨੇ, ਪਾਰਟਿਸਿਪੇਟ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਅਪੀਲ ਇਹੀ ਹੈ ਕਿ ਹਰ ਤਰੀਕੇ ਨਾਲ ਪੀਸਫੁਲੀ ਇਹ ਡੈਮੋਸਟ੍ਰੇਟ ਹੋਣਾ ਚਾਹੀਦਾ। ਔਰ ਇਹ ਤੁਹਾਡਾ ਅਧਿਕਾਰ ਵੀ ਹੈ, ਇਸ ਨੂੰ ਕਿਸੇ ਵੀ ਕਿਸਮ ਦੀ ਅਫਵਾਹ ਦੇ ਵਿੱਚ ਆ ਕੇ ਮਾਹੌਲ ਖਰਾਬ ਨਾ ਕੀਤਾ ਜਾਵੇ। ਜੇ ਕੋਈ ਹੋਰ ਕਰਦਾ ਤਾਂ ਉਹਦੀ ਆਪਣੀ ਮਰਜ਼ੀ ਹੈ, ਪਰ ਖਾਸ ਕਰਕੇ ਜਿਹੜੇ ਉੱਥੇ ਜ਼ਿੰਮੇਵਾਰ ਲੋਕ ਨੇ, ਕਿਸਾਨ ਨੇ, ਨੌਜਵਾਨ ਨੇ, ਉਹ ਕਿਸੇ ਕਿਸਮ ਦੀ ਵੀ ਬਿਆਨਬਾਜ਼ੀ ਤੋਂ, ਕਿਸੇ ਕਿਸਮ ਦੀ ਵੀ ਕੋਈ ਜੇ ਚੀਜ਼ ਵੀ WhatsApp ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਨੀ ਹੈ, ਉਸ ਨੂੰ ਪਹਿਲਾਂ ਦਰੁਸਤ ਕਰ ਲਿਆ ਜਾਵੇ, ਉਸ ਦੀ ਪੁਸ਼ਟੀ ਕਰ ਲਈ ਜਾਵੇ ਕਿ ਇਹ ਕਿਸ ਹੱਦ ਤੱਕ ਠੀਕ ਹੈ। ਅਫਵਾਹਾਂ ਨਾ ਫੈਲਾਈਆਂ ਜਾਣ, ਨਾ ਯਕੀਨ ਕੀਤਾ ਜਾਵੇ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ। ਸੋ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ, ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ।